ਪਹਿਲੇ ਉਹਨਾਂ ਨੂੰ ਬਟੋਰ ਲਵੋ, ਉਹਨਾਂ ਦਾ ਘਰ-ਬਾਰ ਜਹੇਜ਼ ਲੈ ਕੇ ਉਜਾੜ ਦਿਓ। ਬਾਅਦ ਚ ਰਹਿੰਦੀ ਖੁੰਦੀ ਕਸਰ ਅਗਰ ਰਹਿ ਗਈ ਹੈ ਤੇ ਉਹਨਾਂ ਦੀ ਬੇਟੀ ਮਾਰ ਕੇ ਖਤਮ ਕਰਕੇ ਤੇ ਉਹਨਾਂ ਦੀ ਕਮਰ ਭੁੜਕਦੀ ਫਿਰਦੀ ਅੰਦਰ ਬਾਹਰ ਤੇ ਜਾਂ ਮਾਂ ਤੇ ਜਾਂ ਉਹ ਪੈੜੀ ਸੀ ਨਹੀਂ ਸੀ ਇਹਨਾਂ ਦੇ ਪਾਸ, ਉਹਨੂੰ ਤਲਾਕ ਦੇ ਛੱਡਦੇ ਆਪਣੇ ਮਾਪੇ ਦੇ ਬੂਹੇ। ਇਹਨਾਂ ਜ਼ੁਲਮ ਤਬਾਹ ਕਰਨੀਆਂ, ਅੱਲਾ ਇਹਨਾਂ ਦੀ ਬੱਚੀ ਨੂੰ ਇੰਜ ਕਰੇ तो तकलीफ हो। अस्सलाम वालेकुम, मैं हूं ज़ुबैर अवान। बिल्कुल सामने आपको एक घर दिखाई दे रहा होगा। इस घर के अंदर वो दरिंदा रहता था जिसने मुबैना तौर पर 3 शादियां की हुई थी, फिर जानसा देकर उसने चौथी शादी की और फिर अपनी बीवी का यहाँ पर उन्होंने वो हाल किया कि शायद मैं आपको बता ना सकूं, मेरे पास वो वाले अल्फाज नहीं है। बीवी के हाथ पांव तोड़े मुबैना तौर पर, तेजाब डाला, अज़ा को जो नाजुक थे उन्हें तकलीफ पहुंचाई, फिर अस्पताल में जब वो बच्ची मरने के करीब थी उसे फेंक कर उसके वालिदैन के हवाले करके माँ बाप बेटा सारे वहाँ से फरार हो गए। इस वक्त मेरे सामने मोहल्लेदार एक माँ बैठी है जो कि मुसलसल रो रही है। जब से इसने उस मासूम बच्ची की तस्वीरें देखी हैं या फिर जब से इन्हें पता चला है कि इनके मोहल्लेदार इंसान नहीं बल्कि वैशी थे, नफसियाती मरीज थे, दरिंदे थे, इन्हें पता नहीं चल सका उस बच्ची के साथ इस घर में क्या कुछ होता रहा। क्या उस बच्ची की तकलीफ़ें, क्या उस बच्ची की चीखें इन तक पहुंची या नहीं। आइए इस माँ से भी बात करते हैं और साथ में एक बहन बैठी हैं, इनके पास भी चलते हैं और इनसे जानते हैं। माँ, इन्ना वड्डा जुल्म हो गया, किसी को नहीं पता चल सका। ਸਾਨੂੰ ਪਤਾ ਚੱਲਦਾ ਤਾਂ ਮੈਂ ਤੇ ਅੱਪੜ ਕੇ ਤੁਰ ਜਾਂਦੀ ਹੁੰਦੀ। ਜੇ ਮੈਨੂੰ ਪਤਾ ਲੱਗ ਜੇ ਤੇ ਮੇਰੇ ਤੇ ਘਰ ਵਾਲੇ ਡੱਕ ਦੇਣ ਤੇ ਮੈਂ ਅੱਪੜ ਜਾਂਦੀ ਹੁੰਦੀ। ਮੈਂ ਨਜ਼ਰ ਬਣਵਾਉਣ ਗਈ ਸਾਂ, ਨਜ਼ਰ ਬਣਵਾ ਕੇ ਆਈਆਂ, ਮੈਨੂੰ ਪਤਾ ਹੀ ਨਹੀਂ ਲੱਗਾ। ਕੌਣ ਲੋਕ ਨੇ? ਅੱਲਾ ਜਾਣੇ ਅਨਸਨ ਦਰਿੰਦੇ ਸਨ ਜਿਨ੍ਹਾਂ ਨੇ ਇੰਨਾ ਜ਼ੁਲਮ ਕੀਤਾ। ਦਰਿੰਦੇ ਸਨ ਜਿਨ੍ਹਾਂ ਧੀ ਭੈਣ ਇਹੋ ਜਿਹਾ ਜ਼ੁਲਮ ਕੀਤਾ। ਇਹਨਾਂ ਉਹਦੇ ਨਾਲ ਕੀਤਾ, ਇਹਨਾਂ ਸਮਝ ਕੌਮ ਦੀ ਬੱਚੀ ਨਾਲ ਕੀਤਾ। ਉਹ ਵੀ ਸਾਡੀ ਧੀ ਸੀ। ਬੱਚਾ ਇਹਨਾਂ ਬਹੁਤ ਜ਼ੁਲਮ ਕੀਤਾ। ਮੈਂ ਦੁਆ ਕਰਨੀ ਆ ਅੱਲਾ ਇਹਨਾਂ ਦੀ ਬੱਚੀ ਨੂੰ ਇੰਜ ਕਰੇ ਤੇ ਉਹਨੂੰ ਤਕਲੀਫ ਹੋਵੇ ਜੋ ਕੁਛ ਇਹਨਾਂ ਕੀਤਾ। ਇਹਨਾਂ ਨੂੰ ਪਤਾ ਲੱਗਿਆ ਤੇ ਕਿਸੇ ਦੀਆਂ ਬੱਚੀਆਂ ਨੇ ਇੰਜ ਨਹੀਂ ਕਰੀਦਾ। ਨੂੰ ਪੈੜੀ ਸੀ ਨਹੀਂ ਸੀ ਇਹਨਾਂ ਦੇ ਪਾਸ, ਉਹਨੂੰ ਤਲਾਕ ਦੇ ਛੱਡਦੇ ਆਪਣੇ ਮਾਪੇ ਦੇ ਬੂਹੇ। ਇਹਨਾਂ ਜ਼ੁਲਮ ਕੀਤਾ। ਤੁਸੀਂ ਅੱਜ ਤੱਕ ਇਹਨਾਂ ਦੀ ਨੂੰਹ ਨੂੰ ਵੇਖਿਆ? ਮੈਂ ਵੇਖਿਆ, ਉਹਦੀ ਸ਼ਕਲ ਤੱਕ ਨਹੀਂ ਵੇਖੀ। ਕਿਵੇਂ ਦਾ ਕਿਰਦਾਰ ਸੀ, ਕੁਝ ਪਤਾ ਹੈ? ਨਾ ਬਾਹਰ ਨਿਕਲੀ ਨਹੀਂ ਵੇਖੀ, ਕਿਤੇ ਕੋਠੇ ਤੇ ਚੜੀ ਵੇਖਿਆ। ਇਹਨਾਂ ਦੀ ਕੁੜੀ ਭੁੜਕਦੀ ਫਿਰਦੀ ਅੰਦਰ ਬਾਹਰ ਤੇ ਜਾਂ ਮਾਂ ਤੇ ਜਾਂ ਪਿਓ। ਉਹਦੀ ਜਿਹੜੀ ਭੈਣ ਸੀ ਉਹ ਤੁਸੀਂ ਵੇਖੀ ਹੈ, ਉਹਦੀ ਬੇਗਮ ਨਹੀਂ ਵੇਖੀ? ਹਾਂ, ਬਾਹਰ ਕਦੀ ਬੈਗ ਗਾਲਾਂ ਕੱਢਦੀਆਂ ਹੁੰਦੀਆਂ, ਕਦੇ ਅੰਦਰ ਬੈਗ ਕੱਢਦੀਆਂ, ਰੋਂਦੀਆਂ ਪਿੱਟਦੀਆਂ ਦੀ ਆਵਾਜ਼ ਹੁੰਦੀ। ਇਹ ਮੇਰੀਆਂ ਨੂੰਹਾਂ ਆਉਂਦੀਆਂ ਹੁੰਦੀਆਂ ਨੇ, ਮਾਈ ਅੰਮਾ ਨਾ ਨਿਕਲੀ ਬਾਹਰ, ਬਗਾਨੀ ਘਰ ਨਾ ਜਾ ਕੇ ਲੜਾਈ ਪਾ। ਮੈਂ ਤੁਰ ਜਾਂਦੀ ਹੁੰਦੀ ਜੋ ਕਿਸੇ ਦੇ ਘਰ ਲੜਾਈ ਹੁੰਦੀ ਮੈਂ ਨੱਸ ਕੇ ਉੱਪਰ ਪੈਂਦੀ ਹੁੰਦੀ। ਮੁਹੱਲੇਦਾਰਾਂ ਨਾਲ ਕਿਵੇਂ ਦਾ ਰਵੱਈਆ ਸੀ ਇਹਨਾਂ ਦਾ? ਕਦੀ ਬੱਚਾ ਇਹਨਾਂ ਕਿਸੇ ਨਾਲ ਕਲਾਮ ਤੱਕ ਨਹੀਂ ਕੀਤੀ। ਹਾਂ, ਕਦੀ ਇਹਨਾਂ ਨੂੰ ਬੁਲਾਇਆ ਤੱਕ ਨਹੀਂ। ਇੰਨੇ ਗੰਦੇ ਲੋਕ ਸਨ? ਇੰਨੇ ਗੰਦੇ ਲੋਕ ਸਨ। ਅੱਛਾ, ਬੱਚੀ ਨੂੰ ਜਦੋਂ ਅੰਦਰ ਕੁੱਟਦੇ ਹੋਣਗੇ, ਤਸ਼ੱਦਦ ਕਰਦੇ ਹੋਣਗੇ, ਕਦੇ ਕੋਈ ਆਵਾਜ਼ ਨਹੀਂ ਆਈ? ਕਿਸੇ ਨੇ ਆਵਾਜ਼ ਆਉਂਦੀ ਹੁੰਦੀ ਤੇ ਮੈਨੂੰ ਇਹ ਦੱਸਦੀਆਂ ਨੇ ਤੇ ਅੰਮਾ ਆਵਾਜ਼ ਆਉਂਦੀ ਤੇ ਮੈਂ ਕਿਹਾ ਮੈਨੂੰ ਜਾਣ ਦੇ ਤਾਂ ਅੰਮਾ ਤੂੰ ਕਰਨਾ ਜਾ ਕੇ। ਮੈਨੂੰ ਮੇਰੀਆਂ ਨੂੰਹਾਂ ਨਹੀਂ ਨਿਕਲਣ ਦਿੰਦੀਆਂ ਬਾਹਰ, ਮੇਰੀ ਨਜ਼ਰ ਨਹੀਂ ਸੀ ਹੈ। ਮੇਰੀ ਕਾਸ਼ ਨਜ਼ਰ ਬਣੀ ਹੁੰਦੀ ਤੇ ਮੈਂ ਇਹਨਾਂ ਦੀ ਜ਼ੁਲਮ ਕਰਨ ਦੇਣਾ ਹੀ ਨਹੀਂ ਸੀ। ਮੈਂ ਪੜ ਜਾਣਾ ਸੀ। ਮੇਰੀ ਤਾਂ ਅੱਗ ਲੱਗਣੀ ਅੱਖੀ ਬਣੀ ਹੈ। ਗਰੀਬ ਦੀ ਕੁੜੀ ਮਰ ਗਈ ਏ, ਅਫਸੋਸ ਹੋ ਰਿਹਾ, ਦੁੱਖ ਹੋ ਰਿਹਾ ਕਿ ਨਹੀਂ ਬਚਾ ਪਾਈ? ਮਰ ਗਿਆ, ਸਾਡੇ ਸਾਰਿਆਂ ਦੀ ਮਰ ਗਈ ਹੈ। ਸਾਡੀ ਇੱਜ਼ਤ ਸਾਰਿਆਂ ਦੀ ਖਰਾਬ ਹੋ ਗਈ ਹੈ। ਉਹ ਵੀ ਤਾਂ ਧੀ ਹੈ, ਅਸੀਂ ਸਾਡੀਆਂ ਵੀ ਧੀਆਂ ਨੇ। ਅੱਲਾ ਦੁਆ ਮੰਗੋ ਇਹੋ ਜਿਹਾ ਕਿਸੇ ਦੇ ਪੇਸ਼ ਨਾ ਪਾਵੇ। ਸ਼ਾਦੀ ਕਰ ਦਿੱਤੀ ਹੈ ਤੁਸੀਂ ਬੱਚੀ ਦੀ? ਕਿਹਦੀ ਬੱਚੀ? ਆਪਣੀ ਬੇਟੀ ਦੀ। ਮੇਰੀ ਕੋਈ ਬੇਟੀ ਹਜੇ ਨਹੀਂ ਕੀਤੀ। ਹਾਂ, ਹੁਣ ਡਰ ਲੱਗ ਰਿਹਾ ਹੈ? ਬੜਾ ਡਰ ਲੱਗ ਰਿਹਾ, ਇੰਨਾ ਕੁ ਡਰ ਲੱਗਾ ਯਾ ਅੱਲਾ ਇਹੋ ਜਿਹਾ ਨਸੀਬ ਕਿਸੇ ਦੀ ਬੱਚੀ ਦੇ ਨਾਂ ਤੇ ਯਾ ਅੱਲਾ ਜੇ ਗੇਤਰੀਆਂ ਹੀ ਮਰ ਜਾਣੇ, ਆਪਣੇ ਘਰ ਹੀ ਮਰ ਜਾਣ, ਗਾਂ ਨਾ ਲਾਈਏ। नाज़रीन, आप ये देखें कि किस कदर वो जुल्म करते थे। फिर मोहल्लेदारों के साथ उनका क्या रवैया था कि इन लोगों को वो कहते थे कि साढ़े घर ना आया करो, सानू किसी की कोई ज़रूरत नहीं हैगी। यही वजह थी कि ये लोग उनकी तरफ जाते ही नहीं थे। भैन मेरी, ਤੁਹਾਡੇ ਸਾਹਮਣੇ एक कुड़ी ਨੂੰ मारदे कुटदे रहे, मार छड़िया, की कहोगे इस बारे? भाई मैं यही कहांगी भी ਉਹਨਾਂ ਦੀ ਬੇਟੀ ਨਹੀਂ ਫੌਤ, ਮਹਿਰੀਨ ਮੇਰੀ ਬੇਟੀ ਫੌਤ ਹੋਈ। ਮੇਰੀ ਬੇਟੀ ਨੂੰ ਕਤਲ ਕੀਤਾ ਗਿਆ ਵੇ, ਸਰੇਆਮ ਲਲਕਾਰਿਆ ਗਿਆ ਵੇ। ਹਕੂਮਤ ਨੂੰ ਵੀ ਕਿਹਾ ਗਿਆ, ਪੁਲਿਸ ਨੂੰ ਵੀ ਕਿਹਾ ਗਿਆ ਵੀ ਅਗਰ ਕਿਸੇ ਦੀ ਬੇਟੀ ਮਾਰਨੀ ਤੇ ਇਸ ਤਰ੍ਹਾਂ ਮਾਰਨੀ ਚਾਹੀਦੀ ਹੈ। ਅਗਰ ਕਿਸੇ ਦੀ ਬੇਟੀ ਨੂੰ ਸ਼ਾਦੀ ਕਰਕੇ ਲਿਆਣਾ ਤੇ ਇਸ ਤਰ੍ਹਾਂ ਕੋਈ ਖੁਸ਼ੀ ਦੇ ਖੁਆਬ, ਸੁਹਾਣੇ ਖੁਆਬ ਦਿਖਾ ਕੇ ਲੈ ਕੇ ਆਓ। ਪਹਿਲੇ ਉਹਨਾਂ ਨੂੰ ਬਟੋਰ ਲਵੋ, ਉਹਨਾਂ ਦਾ ਘਰ-ਬਾਰ ਜਹੇਜ਼ ਲੈ ਕੇ ਉਜਾੜ ਦਿਓ। ਬਾਅਦ ਚ ਰਹਿੰਦੀ ਖੁੰਦੀ ਕਸਰ ਅਗਰ ਰਹਿ ਗਈ ਹੈ ਤੇ ਉਹਨਾਂ ਦੀ ਬੇਟੀ ਮਾਰ ਕੇ ਖਤਮ ਕਰਕੇ ਤੇ ਉਹਨਾਂ ਦੀ ਕਮਰ ਹੀ ਤੋੜ ਦਿਓ, ਤਾਂ ਕਿ ਅੱਗੋਂ ਉਹ ਇਹ ਇਬਰਤਨਾਕ ਵਾਕਿਆ ਸੁਣ ਕੇ ਅੱਗੋਂ ਕੋਈ ਆਪਣਾ ਪੂਰੇ ਮੁਲਕ 'ਚ ਜਾਂ ਪੂਰੀ ਦੁਨੀਆ 'ਚ ਕੋਈ ਮਾਂ-ਬਾਪ ਆਪਣੀ ਬੇਟੀ ਦੀ ਸ਼ਾਦੀ ਨਾ ਕਰ ਸਕੇ। ਤੁਸੀਂ ਇਹਨਾਂ ਦੀ ਸ਼ਾਦੀ ਗਏ ਸੋ ਜਹੇਜ਼ ਦੇਖਿਆ ਸੀ? ਕਿਵੇਂ ਦਾ ਨਹੀਂ ਬੁਲਾਇਆ ਗਿਆ ਲੇਕਿਨ ਆਇਆ ਸੀ, ਦੇਖਿਆ ਵੀ। ਕਿਵੇਂ ਦਾ ਜਹੇਜ਼ ਸੀ? ਜਹੇਜ਼ ਬਹੁਤ ਪਿਆਰਾ ਸੀ, ਬਹੁਤ ਹੀ ਪਿਆਰਾ ਜਹੇਜ਼ ਸੀ। ਬੱਚੀ ਵਾਲੇ ਮਹਿਰੀਨ ਦੇ ਵਾਲਦੀਨ ਨੇ ਇਹਨਾਂ ਨੂੰ ਜ਼ੇਵਰ ਵੀ ਸੁਣਿਆ ਵੇ ਕਿ ਡਾਲਿਆ ਸੀ ਤੇ ਕੋਈ 3-4 ਤੋਲੇ ਨਾ ਜ਼ੇਵਰ ਵੀ ਡਾਲਿਆ ਗਿਆ ਸੀ। ਲੇਕਿਨ ਭਾਈ ਜੋ ਵੀ ਉਹਨਾਂ ਨੇ ਕੀਤਾ ਹੈ ਪੈਸੇ ਨਾਲ ਕੀਤਾ, ਕਿਸੇ ਕੋ ਮੰਗ ਕੇ ਨਹੀਂ ਕੀਤਾ ਹੈਗਾ। ਮਹਿਰੀਨ ਮੇਰੀ ਬੇਟੀ ਮਰੀ ਗਈ ਹੈ। ਮੈਂ ਚਾਹ ਰਹੀ ਹਾਂ ਕਿ ਮੇਰੀ ਬੇਟੀ ਨੂੰ ਮਰੀਮ ਨਵਾਜ਼ ਅੱਗੇ ਮੇਰੀ अपील है कि उन्हें इंसाफ मिले, इंसाफ मिले, इंसाफ मिले। नाज़रीन, आप यकीन करेंगे किसी की लड़ाई में कोई भी नहीं कूदता,
सामने ही कोई नहीं आता, आप मिन्नतें करके देख लें। मगर ये आपको दो माँ बेटियां यहाँ पे बैठी दिखाई दे रही होंगी, जिन्होंने हमें खुद आवाज़ देकर यहाँ पे बुलाया है कि ये कहना चाहती हैं, ये उस मासूम बच्ची को इंसाफ दिलाने के लिए अपनी आवाज़ बुलंद करना चाहती हैं, ताकि जो लोग जिन्होंने इंसाफ देना है वो कम अज़ कम इस बारे में सोचें कि वो मासूम सी बच्ची थी जो कि घर से कभी बाहर नहीं निकली थी, और इन जालिमों ने, इन दरिंदों ने किस कदर उसको मुबैना तौर पर अंदर तशद्दुद का निशाना बनाया कि उसके जिस्म की कोई हड्डी ऐसी नहीं थी जो कि ना टूटी हो, उसके जिस्म पे उन्होंने तेज़ाब तक डाला हुआ था, मुंह में तेज़ाब तक। ये वो बात है जो कि मैं आपको मेडिकल रिपोर्ट के मुताबिक बता रहा हूँ, अपने पास से मैं कोई भी नहीं बात कर रहा। तेज़ाब तक डाला हुआ था। किस कदर वो उसको तड़पा के यहाँ पे अजियतनाक मौत देते रहे होंगे। क्या ये माँ जिसने अपनी बच्ची की शादी करनी है, ये डरी बैठी है कि मैं अपनी बच्ची की शादी करूं या ना करूं, रो रो के दुआएं कर रही है कि अल्लाह सारों की बेटियों के नसीब अच्छे करे। ये बहन पकड़ा जाता है, क्या सजा बनती है इसकी? मैं कह रही हूँ भाई ये ना इसे सरेआम जिस भी जगह अगर सजा देनी है सरेआम, अगर पूरी फैमिली, अगर इनके पीछे कोई गैंग है ना तो सबको सरेआम गोली मार देनी चाहिए। एक दिन का मौका भी नहीं देना, एक घूंट पानी का भी नहीं देना चाहिए। मेरी ये अपील है हुकूमत के आगे। ये जो उसका खामद बलाज अली है, इसका कैसा रहन सहन था, रवैया था? रवैया ये भाई ये अपने घर के अलावा इधर को तो नहीं था आता, बाहर का हमें पता नहीं। इधर तो इस तरह ये रहते थे जैसे बहुत ही शरीफ ज़ादे हैं, लेकिन जब ये वारदात हमने देखी है ना, सारी शराफत ही हमने देख ली है। वाकई बहुत ही शरीफ ज़ादे हैं। इन्होंने नहीं अपनी बेटी की कहीं शादी करनी, अब अपनी बहन की भी कहीं शादी करे ना। मैं कहती हूँ, मैं अली को कहती हूँ, मैं ललकारती हूँ, अली भी अपनी बहन की शादी कहीं करे और उसका बहनोई उसी के साथ ऐसा सलूक करे, फिर मैं कह दूंगी अब ठीक, कौम की बेटी के साथ अब बिल्कुल ठीक हो गया, कोई गलत नहीं हुआ। मेरी ऐसा ये अपील है हुकूमत के साथ, हमें इंसाफ चाहिए, बेटियों को इंसाफ चाहिए, अवाम को इंसाफ चाहिए। अवाम के साथ कोई अच्छा सलूक नहीं हो रहा, ना हुकूमत की तरफ से, ना पुलिस वालों की तरफ से। पुलिस वाली की बेटी अगर कोई होती तो कोई इस तरह जाने देता? आज पछतावा हो रहा है आपको कि आप बचा नहीं सकी इस बच्ची को? हाँ, ये हमें पछतावा, हमारे ये सारी जिंदगी नहीं खत्म होना, हमारी भी बेटी है। मेरी रिक्वेस्ट है हुकूमत के साथ कि भी इसे इंसाफ मिलना चाहिए। नाज़रीन, इस बच्ची को इंसाफ मिलना चाहिए। अगर आपके घर में बहन है, अगर आपके घर में बेटी है, तो आप अंदाज़ा लगाइएगा उस बच्ची के वालिदैन का, जो कि अब किस कर्ब से, किस तकलीफ़ से गुजर रहे हैं। आज 10 दिन हो चुके हैं, मुल्ज़मान अभी तक गिरफ़्तार नहीं हो सके। हमारी पुलिस से ये गुजारिश है कि खुदा के लिए ऐसे भेड़ियों को, ऐसे वैशियों को, ऐसे नफसियाती मरीज़ों को निशाने इबरत बनाना चाहिए, ताकि इन जैसी माएँ फिर खुशी खुशी अपनी बच्ची की शादियाँ कर सकें, उनके अंदर कोई डर ना हो, उनके अंदर कोई खौफ ना हो। तो हम यही मकसद लेकर यहाँ पहुँचे हैं। अब आप लोगों ने अपना हिस्सा डालना है, इस वीडियो को ज़्यादा से ज़्यादा शेयर करना है, ताकि ये वीडियो उन लोगों तक पहुँचे जिन्होंने इंसाफ देना है। तो मिलता है किसी और वीडियो में। अल्लाह हाफ़िज़।